ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਸਾਡੇ ਮਾਸਟਰ ਕਲਾਸਿਸ ਦੇ ਇਸ ਆਨਲਾਈਨ ਪਲੇਟਫਾਰਮ ਦੇ ਉੱਤੇ ਸਵਾਗਤ ਹੈ। ਆਪਣੀ ਅੱਜ ਦੀ ਡਿਸਕਸ਼ਨ ਆਪਣਾ ਚੈਪਟਰ ਚੱਲ ਰਿਹਾ ਸੀਗਾ ਕੰਪਿਊਟਰ ਦਾ ਇਤਿਹਾਸ, ਹਿਸਟਰੀ ਤੇ ਉਹਦੇ ਟਾਈਪਸ ਕੰਪਿਊਟਰ ਦੀਆਂ। ਹਿਸਟਰੀ ਵਾਲਾ ਪੋਰਸ਼ਨ ਅਸੀਂ ਕੰਪਲੀਟ ਕਰ ਲਿਆ ਪੂਰੇ ਦਾ ਪੂਰਾ, ਜਿਹਦੇ ਵਿੱਚ ਐਵੋਲੂਸ਼ਨ, ਜਨਰੇਸ਼ਨਾਂ ਕਿਹੜੀਆਂ ਆਈਆਂ, ਆ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ। ਦੂਜਾ ਹਿੱਸਾ ਸਾਡਾ ਰਿਹਾ ਸੀਗਾ ਉਹਦੇ ਬਲੌਕ ਡਾਇਗਰਾਮ ਨੂੰ ਲੈ ਕੇ, ਜਿਹਦਾ ਸਿਰਫ ਓਵਰਵਿਊ ਅਸੀਂ ਨੇ ਪੜ੍ਹਿਆ, ਦੈਟਸ ਇਟ। ਹਜੇ ਡਿਟੇਲ 'ਚ ਤਾਂ ਆਰਕੀਟੈਕਚਰ, ਕੰਪਿਊਟਰ ਆਰਕੀਟੈਕਚਰ 'ਚ ਪੜ੍ਹਾਂਗੇ। ਤੀਸਰਾ ਹਿੱਸਾ ਇਸ ਲੈਕਚਰ ਦਾ ਪਹਿਲੇ ਚੈਪਟਰ ਦਾ ਬਣਦਾ ਹੈ ਟਾਈਪਸ ਆਫ ਕੰਪਿਊਟਰ, ਜਿਹੜਾ ਉਹਦਾ ਦੂਜਾ ਨਾਮ ਦਾ ਹਿੱਸਾ ਸੀ ਕਿ ਉਹਦੇ ਪ੍ਰਕਾਰ ਕੰਪਿਊਟਰ ਦੇ, ਤਾਂ ਇਹਦੇ ਵਿੱਚ ਕਿੰਨੇ ਤਰ੍ਹਾਂ ਦੇ ਕੰਪਿਊਟਰ ਹੁੰਦੇ ਨੇ, ਆਹ ਚੀਜ਼ ਅਸੀਂ ਪੜ੍ਹਾਂਗੇ ਜੋ ਅੱਜ ਦੀ ਡੇਟ ਦੇ ਵਿੱਚ ਸਾਡੇ ਸਾਹਮਣੇ ਨੇਗੇ। ਤਾਂ ਆਪਣੇ ਇਸ ਲੈਕਚਰ ਨੂੰ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਅੱਜ ਦੇ ਨੂੰ, ਕਿ ਕਲਾਸੀਫਿਕੇਸ਼ਨ ਜਾਂ ਇਹਨਾਂ ਦਾ ਕੰਪਿਊਟਰ ਦਾ ਵਰਗੀਕਰਨ। ਅਸੀਂ ਸਾਈਜ਼ ਦੇ ਆਧਾਰ ਤੇ ਕਿ ਉਹਦਾ ਕਿੱਡਾ ਕੁ ਵੱਡਾ ਸਾਈਜ਼ ਹੈ, ਕੰਪਿਊਟਰਾਂ ਨੂੰ ਕਲਾਸੀਫਾਈ ਕਰ ਸਕਦੇ ਹਾਂ, ਜਿਵੇਂ ਸੁਪਰ ਕੰਪਿਊਟਰ, ਮੇਨ ਫਰੇਮ ਕੰਪਿਊਟਰ, ਮਿਨੀ ਕੰਪਿਊਟਰ, ਮਾਈਕਰੋ ਕੰਪਿਊਟਰ, ਇਹ ਹੋ ਸਕਦੇ ਨੇ, ਜਾਂ ਤੁਹਾਡੇ ਡੈਸਕਟਾਪ, ਲੈਪਟਾਪ, ਪਾਮ ਟਾਪ। ਮੈਕੈਨਿਜ਼ਮ ਦੇ ਆਧਾਰ ਤੇ ਕਿ ਡਾਟਾ ਕਿਵੇਂ ਲੈ ਰਹੇ ਨੇ, ਐਨਾਲੌਗ ਡਾਟਾ ਲੈ ਰਹੇ ਨੇ, ਡਿਜੀਟਲ ਡਾਟਾ ਲੈ ਰਹੇ ਨੇ, ਉਹਦੇ ਹਿਸਾਬ ਨਾਲ ਆਪਰੇਟ ਕਰ ਰਹੇ ਨੇ, ਤਾਂ ਐਨਾਲੌਗ ਹੋ ਸਕਦਾ, ਡਿਜੀਟਲ ਹੋ ਸਕਦਾ, ਹਾਈਬ੍ਰਿਡ ਹੋ ਸਕਦਾ ਹੈ। ਬਾਕੀ ਤਾਂ ਬੇਸਿਕ ਪਰਪਸ ਕੰਪਿਊਟਰ ਨੇ, ਇਹ ਤਾਂ ਅਨਇੰਪੋਰਟੈਂਟ ਜੀ ਚੀਜ਼ ਹੈ, ਠੀਕ ਹੈ। ਇਹ ਤਾਂ ਇਹਦੇ ਅੰਡਰ ਹੀ ਮੈਂ ਤੁਹਾਨੂੰ ਦੱਸ ਦੂੰ ਪੈ ਜਾਊਗੀ। ਮੇਨ ਤਾਂ ਦੋ ਟਾਈਪਸ ਨੇ ਸਾਡੇ ਕੋਲੇ ਜਿਹੜੀਆਂ ਅਸੀਂ ਨੇ ਦੇਖਣੀਆਂ ਨੇ। ਹੁਣ ਆਪਾਂ ਚੱਲਦੇ ਹਾਂ, ਸਭ ਤੋਂ ਪਹਿਲਾਂ ਅਸੀਂ ਮੈਕੈਨਿਜ਼ਮ ਦੇ ਆਧਾਰ ਤੇ ਚੱਲਦੇ ਹਾਂ ਕਿ ਜੋ ਇਹਦੇ ਵਿੱਚ ਟੈਕਨੋਲੋਜੀ ਕੰਮ ਕਰਦੀ ਆ ਉਹਦੇ ਆਧਾਰ ਤੇ ਕਿਵੇਂ ਵੰਡਦੇ ਹਾਂ। ਸਭ ਤੋਂ ਪਹਿਲਾਂ ਹੁੰਦੇ ਨੇ ਡਿਜੀਟਲ ਕੰਪਿਊਟਰ। ਦੋ ਚੀਜ਼ਾਂ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਡਿਜੀਟਲ ਤੇ ਐਨਾਲੌਗ ਕੰਪਿਊਟਰ ਪੜ੍ਹਨ ਤੋਂ ਪਹਿਲਾਂ, ਕਿ ਤੁਹਾਨੂੰ ਐਨਾਲੌਗ ਤੇ ਡਿਜੀਟਲ ਸਿਗਨਲ 'ਚ ਫਰਕ ਪਤਾ ਹੋਵੇ। ਹੁਣ ਮੈਂ ਇੱਕ ਸਿਗਨਲ ਬਣਾਉਣਾ, ਹੁਣ ਜੇ ਤੁਸੀਂ ਦੇਖੋਗੇ ਇਹ ਸਿਗਨਲ ਕੀ ਹੈ, ਇੱਕ ਡਿਸਕ੍ਰੀਟ ਸਿਗਨਲ ਹੈ। ਡਿਸਕ੍ਰੀਟ ਸ਼ਬਦ ਤੇ ਧਿਆਨ ਦਿਓ। ਡਿਸਕ੍ਰੀਟ ਦਾ ਮਤਲਬ ਹੈ ਕਿ ਵਿਦ ਰਿਸਪੈਕਟ ਟੂ ਟਾਈਮ, ਇੰਨੇ ਕੁ ਟਾਈਮ ਦੇ ਲਈ, ਫਰਜ਼ ਕਰੋ ਇੱਥੇ ਆ T1 ਟਾਈਮ ਹੈ, 0 ਤੋਂ ਲੈ ਕੇ T1 ਟਾਈਮ ਤੱਕ ਇਹਦੀ ਵੈਲਿਊ ਰਹੀ ਹਾਈ, ਯਾਨੀ ਕਿ 5 ਵੋਲਟ, ਇੰਨਾ ਉੱਚਾ 5 ਵੋਲਟ। ਬੇਸਿਕਲੀ ਇੱਕ ਚੀਜ਼ ਹੋਰ ਸਮਝਾਉਣਾ, ਆਪਾਂ ਲਿਖਦੇ ਤਾਂ ਰਹਿੰਦੇ ਹਾਂ 1 ਦੇਤਾ, 0 ਦੇਤਾ, ਇਹਦਾ ਮਤਲਬ ਕੀ ਆ ਅਸਲ ਦੇ ਵਿੱਚ? ਅਸਲ 'ਚ ਡਿਜੀਟਲ ਇੰਡਸਟਰੀ 'ਚ ਕੀ ਮਤਲਬ ਹੈ? ਡਿਜੀਟਲ ਜਿਹੜੀ ਇਲੈਕਟ੍ਰੋਨਿਕਸ ਦੀ ਮਾਰਕੀਟ ਆ ਨਾ, ਇਲੈਕਟ੍ਰੀਕਲ ਨਾਲੋਂ ਉਹਦਾ ਇਹੀ ਫਰਕ ਹੈ ਕਿ ਲੋ ਵੋਲਟੇਜ ਤੇ ਕੰਮ ਕਰਦੀ ਹੈ। 5 ਵੋਲਟ, 12 ਵੋਲਟ, ਹੱਦ 24 ਵੋਲਟ ਤੱਕ ਚਲੀ ਜਾਂਦੀ ਹੈ। ਜਿਹੜੀ ਇਲੈਕਟ੍ਰੀਕਲ ਹੈ ਉਹ 230 ਵੋਲਟ ਜਾਂ 220 ਵੋਲਟ ਐਵੇਂ ਕੰਮ ਕਰਦੀ ਹੈ ਆਪਣੇ ਕੋਲੇ। ਤਾਂ ਮੇਰੇ ਕੋਲੇ ਫਰਜ਼ ਕਰੋ ਮੈਂ 5 ਵੋਲਟ ਵਾਲਾ ਕੋਈ ਡਿਵਾਈਸ ਚੱਕਿਆ ਹੋਇਆ ਹੈ ਜਿਹੜਾ 5 ਵੋਲਟ ਤੇ ਕੰਮ ਕਰਦਾ ਹੈ। ਜਦੋਂ ਮੈਂ ਉਹਨੂੰ 5 ਵੋਲਟ ਅਪਲਾਈ ਕੀਤਾ, ਇਹਦਾ ਮਤਲਬ ਉਹਨੂੰ ਮੈਂ ਇੱਕ ਸਿਗਨਲ ਦਿੱਤਾ। ਜਦੋਂ ਮੈਂ ਉਹ ਤੋਂ ਖਿੱਚ ਲਈ ਉਹ ਵੋਲਟੇਜ 0 ਵੋਲਟ ਅਪਲਾਈ ਕੀਤੀ ਤਾਂ ਮੈਂ ਉਹਨੂੰ 0 ਦਿੱਤਾ। ਜਦੋਂ ਮੈਂ ਇਸ ਤਰੀਕੇ ਦਾ ਸਿਗਨਲ ਦਿੰਨਾ ਕਿ ਕਦੇ 0 ਦੇਤਾ, ਕਦੇ 1 ਦੇਤਾ, ਕਦੇ 0 ਦੇਤਾ, ਕਦੇ 1 ਦੇਤਾ, ਇਹਨੂੰ ਕਿਹਾ ਜਾਂਦਾ ਡਿਸਕ੍ਰੀਟ ਫਾਰਮ। ਜਿਹੜਾ ਕਿ ਡਿਸਕ੍ਰੀਟ ਫਾਰਮ 'ਚ ਮਿਲੇ, ਮੇਰੇ ਕੋਲੇ ਕੁਝ ਟਾਈਮ ਲਈ ਉਹ ਸਟੇਬਲ ਰਹਿੰਦਾ ਹੈ, ਫਿਰ ਕੁਝ ਟਾਈਮ ਲਈ ਰਹੂਗਾ ਸਟੇਬਲ ਹੀ, ਮਤਲਬ ਇੱਥੇ ਜੇ ਇੰਨੇ ਟਾਈਮ ਲਈ ਇਹ ਕੌਨਸਟੈਂਟ ਵੈਲਿਊ ਰਹੀ, ਇੰਨੇ ਟਾਈਮ ਵਾਸਤੇ ਕੌਨਸਟੈਂਟ ਰਹੀ ਵੈਲਿਊ, ਤਾਂ ਇਸ ਫਾਰਮ ਦੇ ਸਿਗਨਲ ਨੂੰ ਅਸੀਂ ਬੋਲਦੇ ਹਾਂ ਡਿਜੀਟਲ ਸਿਗਨਲ। ਤਾਂ ਡਿਜੀਟਲ ਸਿਗਨਲ ਬੇਸਿਕਲੀ ਕੀ ਹੁੰਦਾ, ਜਿਹੜਾ ਕਿ ਤੁਸੀਂ ਕਹਿ ਸਕਦੇ ਹੋ ਕਿ ਡਿਸਕ੍ਰੀਟ ਫਾਰਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ, ਉਹ ਡਿਜੀਟਲ ਸਿਗਨਲ ਕਹਾਉਂਦਾ ਸਾਡੇ ਕੋਲੇ। ਹੁਣ ਦੂਜਾ ਇੱਕ ਸਿਗਨਲ ਹੁੰਦਾ ਐਵੇਂ ਦਾ ਸਿਗਨਲ, ਜੇ ਤੁਸੀਂ ਦੇਖਿਆ ਹੋਵੇ, ਇਹ ਮੇਰੇ ਕੋਲੇ ਸਾਈਨ ਵੇਵ ਦਾ ਸਿਗਨਲ ਹੈ। ਹੁਣ ਜੇ ਮੈਂ ਮੰਨ ਕੇ ਚੱਲਾਂ ਇੱਧਰ ਮੇਰਾ ਟਾਈਮ ਪੀਰੀਅਡ ਆ, ਇੱਧਰ ਗ੍ਰਾਫ ਦੇ ਵੱਲ ਉਹੀ ਵੋਲਟੇਜ ਹੈ, ਯਾਨੀ ਕਿ ਐਂਪਲੀਟਿਊਡ ਹੈ ਮੇਰਾ, ਇੱਥੇ ਮੰਨ ਲਓ ਮੇਰੀ 5 ਵੋਲਟ ਹੈ, ਠੀਕ ਹੈ। ਹੁਣ ਇੱਥੇ T1 ਟਾਈਮ ਹੈ, ਇੱਥੇ T2 ਟਾਈਮ ਹੈ, ਇੱਥੇ T3 ਟਾਈਮ ਹੈ, ਐਵੇਂ ਚੱਲ ਰਿਹਾ। ਹੁਣ ਜੇ ਤੁਸੀਂ ਦੇਖੋਗੇ ਆ T1 ਟਾਈਮ ਤੇ ਇਹਦੀ ਵੈਲਿਊ ਸਿਗਨਲ ਦੀ ਕੁਛ ਵੈਲਿਊ ਹੈ, ਸਪੋਜ਼ ਉਰੇ 3 ਵੋਲਟ ਹੈ। T2 ਟਾਈਮ ਤੇ ਕੁਛ ਹੋਰ ਵੈਲਿਊ ਹੈ, ਮੰਨ ਲਓ 4 ਵੋਲਟ ਹੈ, ਤੇ ਆ ਬਿਲਕੁਲ ਇੱਥੇ ਜਾ ਕੇ ਸੈਂਟਰ 'ਚ ਜਾ ਕੇ ਮੈਕਸਿਮਮ ਵੈਲਿਊ ਦੀ 5 ਵੋਲਟ ਹੋ ਗਈ। ਇਹਦਾ ਮਤਲਬ ਉਹ ਸਿਗਨਲ
ਜਿਹੜਾ ਕੰਟੀਨਿਊਸਲੀ ਬਦਲਦਾ ਜਾਵੇ ਟਾਈਮ ਦੇ ਨਾਲ। ਤੁਸੀਂ ਦੇਖੋ ਕਿ ਟਾਈਮ ਦੇ ਨਾਲ ਕੰਟੀਨਿਊਸਲੀ ਵੇਰੀ ਕਰ ਰਿਹਾ, ਇੱਥੇ ਕੁਛ ਇੱਥੇ ਕੁਛ ਇੱਥੇ ਕੁਛ, ਫਿਰ ਘਟਣਾ ਸ਼ੁਰੂ ਹੋ ਗਿਆ, ਫਿਰ ਵਧਣਾ ਸ਼ੁਰੂ ਹੋ ਗਿਆ, ਫਿਰ ਘਟਣਾ। ਜਿਹੜਾ ਤਾਂ ਡਿਸਕ੍ਰੀਟ ਫਾਰਮ 'ਚ ਰਵੇ ਜਾਂ 1 ਜਾਂ 0 ਦੀ ਫਾਰਮ 'ਚ, ਉਹ ਕਹਾਉਂਦਾ ਡਿਜੀਟਲ ਸਿਗਨਲ। ਜਿਹੜਾ ਕੰਟੀਨਿਊਸਲੀ ਵੇਰੀ ਕਰੇ ਉਹਨੂੰ ਅਸੀਂ ਕਹਿੰਦੇ ਆ ਕਿਹੜਾ? ਐਨਾਲੌਗ ਸਿਗਨਲ। ਕੱਲਾ ਆਹੀ ਸਿਗਨਲ ਨਹੀਂ ਹੋ ਸਕਦਾ, ਮੈਂ ਕੋਈ ਹੋਰ ਤਰ੍ਹਾਂ ਦਾ ਸਿਗਨਲ ਬਣਾ ਦੇਣਾ। ਤੁਸੀਂ ਮੈਨੂੰ ਆਹ ਦੱਸੋ, ਆਹ ਸਿਗਨਲ ਇੱਕ ਹੈ, ਇਹਨੂੰ ਤੁਸੀਂ ਐਨਾਲੌਗ ਸਿਗਨਲ ਕਹੋਗੇ ਕਿ ਡਿਜੀਟਲ ਸਿਗਨਲ ਕਹੋਗੇ? ਕਹਾਣੀ ਤਾਂ ਸੇਮ ਦੀ ਸੇਮ ਉੱਥੇ ਹੀ ਖੜੀ ਹੈ। ਦੇਖੋ ਇੱਥੇ ਕੁਛ ਵੈਲਿਊ ਆ, ਇੱਥੇ ਕੁਛ ਵੈਲਿਊ ਆ, ਇੱਥੇ ਕੁਛ ਵੈਲਿਊ ਆ, ਕੰਟੀਨਿਊਸਲੀ ਚੇਂਜ ਹੋ ਰਿਹਾ ਵਿਦ ਰਿਸਪੈਕਟ ਟੂ ਟਾਈਮ। ਤਾਂ ਕਿਹੜਾ ਸਿਗਨਲ ਹੋ ਗਿਆ? ਇਹ ਵੀ ਮੇਰੇ ਕੋਲ ਐਨਾਲੌਗ ਸਿਗਨਲ ਹੋ ਗਿਆ। ਚਾਹੇ ਟ੍ਰਾਇੰਗੂਲਰ ਵੇਵ ਹੈ, ਚਾਹੇ ਸਾਈਨ ਵੇਵ ਹੈ, ਚਾਹੇ ਕੋਸਾਈਨ ਵੇਵ ਹੈ, ਇਹ ਸਾਰੀਆਂ ਮੇਰੇ ਕੋਲ ਐਨਾਲੌਗ ਸਿਗਨਲ ਦੀਆਂ ਉਦਾਹਰਨਾਂ ਨੇ। ਜਿਹੜੇ ਕੰਪਿਊਟਰ ਇਹ ਐਨਾਲੌਗ ਸਿਗਨਲਾਂ 'ਤੇ ਕੰਮ ਕਰਦੇ ਨੇ ਉਹ ਐਨਾਲੌਗ ਕੰਪਿਊਟਰ ਕਹਾਉਂਦੇ ਨੇ। ਜਿਹੜੇ ਡਿਜੀਟਲ ਸਿਗਨਲਾਂ 'ਤੇ ਕੰਮ ਕਰਦੇ ਨੇ ਉਹ ਡਿਜੀਟਲ ਕੰਪਿਊਟਰ ਕਹਾਉਂਦੇ ਨੇ। ਆਹ ਸਿੰਪਲ ਡੈਫੀਨੇਸ਼ਨ ਹੈ ਐਨਾਲੌਗ ਤੇ ਡਿਜੀਟਲ ਕੰਪਿਊਟਰ ਦੀ। ਹਾਈਬ੍ਰਿਡ ਕੰਪਿਊਟਰਸ ਦੋਨਾਂ ਦਾ ਮਿਸ਼ਰਣ ਯੂਜ਼ ਕਰਦੇ ਨੇ, ਐਨਾਲੌਗ ਐਜ਼ ਵੈਲ ਐਜ਼ ਡਿਜੀਟਲ। ਦੇਖਦੇ ਹਾਂ ਕਿਵੇਂ। ਕਾਰਨ ਕੀ ਹੁੰਦਾ, ਮੈਂ ਸਮਝਾਉਣਾ ਪੂਰੀ ਗੱਲ। ਪਹਿਲਾਂ ਡਿਜੀਟਲ ਤੇ ਆ ਗਿਆ। ਡਿਸਕ੍ਰੀਟ ਫਾਰਮ ਦੇ ਵਿੱਚ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਦੇ ਨੇ। ਕਿਹੜੀ ਡਿਸਕ੍ਰੀਟ ਫਾਰਮ? ਉੱਪਰ ਮੈਂ ਦਿਖਾਤੀ। ਇਹਦੇ ਵਿੱਚ ਜਿਹੜੇ 0 ਤੇ 1 ਦੀ ਫਾਰਮ ਦੇ ਵਿੱਚ ਹੀ ਡਾਟਾ ਜਾਂਦਾ ਹੈ, ਠੀਕ ਹੈ। ਹੁਣ ਜੇ ਮੈਂ ਅੱਗੇ ਗੱਲ ਕਰਾਂ, ਬੇਸਿਕਲੀ ਇਹ ਜਿਹੜੇ ਕੰਪਿਊਟਰ ਡਿਜੀਟਲ ਕੰਪਿਊਟਰ ਨੇ ਬਿਜ਼ਨਸ ਦੇ ਵਿੱਚ, ਸਾਇੰਟੀਫਿਕ ਐਪਲੀਕੇਸ਼ਨ ਅੱਜ ਕੱਲ੍ਹ ਹਰ ਜਗ੍ਹਾ ਹੀ ਯੂਜ਼ ਹੁੰਦੇ ਨੇ, ਆਪਾਂ ਨੂੰ ਪਤਾ ਹੀ ਹੈ। ਆਹ ਉਦਾਹਰਨਾਂ ਹੋ ਗਈਆਂ ਡਿਜੀਟਲ ਕੰਪਿਊਟਰਾਂ ਦੀਆਂ। ਸਾਇੰਟੀਫਿਕ ਕੈਲਕੂਲੇਟਰ, ਲੈਪਟਾਪ ਹੋ ਗਏ, ਡੈਸਕਟਾਪ ਕੰਪਿਊਟਰ ਹੋ ਗਏ, ਸਾਰੀ ਡਿਜੀਟਲ ਕੰਪਿਊਟਰ ਦੇ ਅੰਡਰ ਪੈਂਦੇ ਨੇ। ਐਨਾਲੌਗ ਸਿਗਨਲ ਜਿਹੜੇ ਹੈਗੇ ਨੇ ਉਹ ਕੰਟੀਨਿਊਸਲੀ ਚੇਂਜੇਬਲ ਫਾਰਮ ਦੇ ਵਿੱਚ ਜਾਂਦੇ ਨੇ, ਜਿਵੇਂ ਆਪਾਂ ਨੇ ਦੇਖਿਆ ਕਿ ਕਿਵੇਂ ਐਵੇਂ ਕੰਟੀਨਿਊਸਲੀ ਵੇਰੀ ਕਰ ਰਹੇ ਨੇ, ਠੀਕ ਹੈ। ਇਹਦੀਆਂ ਉਦਾਹਰਨਾਂ ਜਿਵੇਂ ਤੁਸੀਂ ਕਹਿ ਸਕਦੇ ਹੋ, ਕੀ ਐਗਜ਼ਾਮਪਲ ਚੱਕ ਸਕਦੇ ਆਪਾਂ ਜਿਹੜੀ ਤੁਹਾਨੂੰ ਸਭ ਤੋਂ ਵਧੀਆ, ਜਿਵੇਂ ਥਰਮਾਮੀਟਰ ਹੈ। ਥਰਮਾਮੀਟਰ ਦੇ ਵਿੱਚ ਜਿਹੜੇ ਐਨਾਲੌਗ ਥਰਮਾਮੀਟਰ, ਪੁਰਾਣੇ ਥਰਮਾਮੀਟਰ ਹੁੰਦੇ ਸੀ ਪਾਰੇ ਵਾਲੇ, ਉਹ ਇੱਕਦਮ ਚੇਂਜ ਹੁੰਦੀ ਸੀ ਐਵੇਂ ਵੈਲਿਊ। ਉਹ ਜਿਹੜੀ ਕੁਆਂਟੀਟੀ ਵਾਲੀ ਚੀਜ਼ ਆ ਉਹ ਐਨਾਲੌਗ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਸੂਈਆਂ ਵਾਲੀ ਘੜੀ ਹੈ ਮੇਰੀ, ਸੂਈਆਂ ਵਾਲੀ ਘੜੀ ਐਗਜ਼ੈਕਟ ਟਾਈਮ ਤਾਂ ਨਹੀਂ ਮੈਨੂੰ ਦੱਸਦੀ, ਮੈਨੂੰ ਐਂ ਤਾਂ ਨਹੀਂ ਪਤਾ ਲੱਗਦਾ ਕਿ ਹੁਣ 8:54 ਹੋ ਗਏ, 8:52 ਅੰਦਾਜ਼ਾ ਹੀ ਲਾਉਂਦਾ ਮੈਂ ਇਕੱਲਾ। ਤਾਂ ਉਹ ਕੰਟੀਨਿਊਸ ਵੇਰੀ ਕਰ ਰਹੀ ਹੈ ਵੈਲਿਊ ਜਿਹੜੀ, ਉਹਨੂੰ ਮੈਂ ਬੋਲ ਸਕਦਾ ਸਟੇਬਲ ਨਹੀਂ ਵੈਲਿਊ ਖੜੀ ਹੈਗੀ, ਠੀਕ ਹੈ। ਤਾਂ ਆਹ ਕੁਛ ਐਗਜ਼ਾਮਪਲਾਂ ਉਦਾਹਰਨਾਂ ਹੋ ਸਕਦੀਆਂ ਨੇ। ਮਲਟੀਮੀਟਰ ਆਉਂਦੇ ਨੇ, ਐਨਾਲੌਗ ਮਲਟੀਮੀਟਰ। ਤੁਸੀਂ ਟੀਵੀ ਠੀਕ ਕਰਨ ਵਾਲੇ ਜਾਂ ਮੋਬਾਈਲ ਠੀਕ ਕਰਨ ਵਾਲੀਆਂ ਦੁਕਾਨਾਂ ਤੇ ਹੁੰਦੇ ਨੇ। ਅੱਜ ਕੱਲ੍ਹ ਤਾਂ ਡਿਜੀਟਲ ਆ ਗਏ। ਪੁਰਾਣੇ ਸੀ ਉਹ ਸੂਈਆਂ ਵਾਲਾ ਮੀਟਰ ਜਿਹਾ ਹੁੰਦਾ ਸੀ, ਉਹ ਲਾ ਕੇ ਵੋਲਟੇਜ ਤੇ ਕਰੰਟ ਨੂੰ ਚੈੱਕ ਕਰਦਾ ਉਹ ਵਿੱਚ ਆ ਰਿਹਾ ਕਿ ਨਹੀਂ ਆ ਰਿਹਾ, ਤਾਂ ਕਿ ਉਹ ਦੇਖਿਆ ਜਾ ਸਕੇ ਵੀ ਕੰਪੋਨੈਂਟ ਕਿਹੜਾ ਬਦਲਣ ਦੀ ਲੋੜ ਹੈ ਜਾਂ ਨਹੀਂ ਲੋੜ ਹੈਗੀ। ਉਹ ਸਾਰੀਆਂ ਚੀਜ਼ਾਂ ਮੇਰੇ ਕੋਲੇ ਕਵਰ ਹੁੰਦੀਆਂ ਨੇ ਇਹਦੇ ਵਿੱਚ। ਤੇ ਜੇ ਹੁਣ ਮੈਂ ਦੇਖਾਂ, ਕੰਟੀਨਿਊਸ ਫਿਜ਼ੀਕਲ ਕੁਆਂਟੀਟੀਜ਼ ਕਰੰਟ ਤੇ ਵੋਲਟੇਜ ਦੀ ਫਾਰਮ 'ਚ ਹੁੰਦੀਆਂ ਨੇ, ਠੀਕ ਹੈ। ਜ਼ਿਆਦਾਤਰ ਫਿਜ਼ੀਕਲ ਪ੍ਰੋਸੈਸਿਸ ਹੀ ਇਹਦੇ ਵਿੱਚ ਚੱਕੇ ਜਾਂਦੇ ਨੇ। ਜਿਵੇਂ ਥਰਮਾਮੀਟਰ ਦੀ ਇੱਕ ਬਹੁਤ ਵਧੀਆ ਉਦਾਹਰਨ ਹੈ, ਆਪਾਂ ਲੈ ਸਕਦੇ ਹਾਂ ਸਮਝਾਉਣ ਵਾਸਤੇ, ਠੀਕ ਹੈ। ਮੇਨ ਚੀਜ਼ ਇਹਦੇ ਵਿੱਚ ਇਹ ਹੁੰਦੀ ਹੈ ਕਿ ਜਿਹੜਾ ਸਿਗਨਲ ਆ ਨਾ ਉਹ ਕੰਟੀਨਿਊਸ ਫਾਰਮ 'ਚ ਜਾਂਦਾ ਹੈ। ਮੇਨਲੀ ਕੀ ਚੀਜ਼ ਹੈ, ਜਦੋਂ ਅਸੀਂ ਡਾਟਾ ਭੇਜਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ, ਇੱਕ ਤਾਂ ਡਾਟਾ ਪੈਕਟ ਦੀ ਫਾਰਮ ਦੇ ਵਿੱਚ ਜਾਂਦਾ ਹੈ ਕਿ ਛੋਟੇ ਛੋਟੇ ਟੁਕੜਿਆਂ ਦੇ ਵਿੱਚ। ਇੱਕ ਡਾਟਾ ਜਾਂਦਾ ਕਿ ਕੰਟੀਨਿਊਸ ਫਲੋ ਦੇ ਵਿੱਚ ਜਾਵੇ, ਤੇ ਐਨਾਲੌਗ ਕੰਟੀਨਿਊਸ ਫਲੋ ਦੇ ਵਿੱਚ ਜਾਂਦਾ। ਜਿਵੇਂ ਲਾਈਵ ਸਟਰੀਮਿੰਗ ਬੜੀ ਚੀਜ਼ ਹੁੰਦੀ ਹੈ ਨਾ, ਕੰਟੀਨਿਊਸ ਫਲੋ ਦੇ ਵਿੱਚ ਹੀ ਹੋਵੇ। ਉਵੇਂ ਟਰਾਂਸਮਿਸ਼ਨ, ਇਹ ਇੰਪੋਰਟੈਂਟ ਪੁਆਇੰਟ ਹੈ, ਇਹ 'ਚ ਕੋਈ ਬ੍ਰੇਕ ਨਹੀਂ ਹੁੰਦਾ ਡਾਟਾ ਦੇ ਵਿੱਚ ਜਦੋਂ ਇਹ ਡਾਟਾ ਭੇਜਿਆ ਜਾਂਦਾ। ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਿਓ। ਤਾਂ ਇਹ ਇੰਪੋਰਟੈਂਟ ਹੋ ਗਿਆ ਮੇਰੇ ਕੋਲੇ। ਤਾਂ ਬੇਸਿਕਲੀ ਚੱਕਰ ਕੀ ਹੁੰਦਾ ਦੋਨਾਂ ਦੇ ਵਿੱਚ, ਜਿਵੇਂ ਉਦਾਹਰਨਾਂ ਦਿਖਾਈਆਂ ਨੇ। ਆਹ ਡਿਜੀਟਲ ਅੱਜ ਕੱਲ੍ਹ ਜਿਹੜੇ ਤੁਸੀਂ ਵਰਤਦੇ ਹੋ, ਆ ਜਿਵੇਂ ਇੱਥੇ ਕਿ ਇਹ CRO ਦਿਖਾਇਆ ਹੋਇਆ, ਠੀਕ ਹੈ। ਇਹ CRO ਵੀ ਇਸੇ ਚੀਜ਼ ਦੇ ਉੱਤੇ ਹੀ ਆਪਰੇਟ ਕਰਦਾ ਹੈ। ਕੈਥੋਡ ਰੇ ਆਸਿਲੋਸਕੋਪ ਇਹਦੀ ਫੁੱਲ ਫਾਰਮ ਹੁੰਦੀ ਹੈ CRO ਦੀ। ਆ CRO ਹੈ ਬੇਸਿਕਲੀ। ਇਹ ਇੱਕ ਉਦਾਹਰਨ ਹੈ ਮੇਰੇ ਕੋਲੇ ਐਨਾਲੌਗ ਕੰਪਿਊਟਰ ਦੀ, ਜੇ ਆਪਾਂ ਦੇਖੀਏ। ਲਓ ਜੀ ਅੱਗੇ ਆ ਜਾਓ। ਹਾਈਬ੍ਰਿਡ ਦੋਨੋਂ ਵਰਤਦੇ ਆ, ਠੀਕ ਹੈ। ਸਪੀਡ ਐਨਾਲੌਗ ਕੰਪਿਊਟਰ ਦੀ ਚੱਕਦਾ ਹੈ ਤੇ ਐਕੂਰੇਸੀ ਚੱਕਦਾ ਜੀ ਡਿਜੀਟਲ ਕੰਪਿਊਟਰ ਦੀ, ਕਿਉਂਕਿ ਐਨਾਲੌਗ ਕੰਪਿਊਟਰ ਦੀ ਸਪੀਡ ਬਹੁਤ ਜ਼ਿਆਦਾ ਹੈ, ਐਨਾਲੌਗ ਡਾਟਾ ਟਰਾਂਸਮਿਟ ਕਰਨਾ ਹੈ, ਪਰ ਐਕੂਰੇਸੀ ਘੱਟ ਹੈ। ਡਿਜੀਟਲ 'ਚ ਮੈਨੂੰ ਐਕੂਰੇਸੀ ਫੁੱਲ ਮਿਲਦੀ ਹੈ। ਜੇ ਦੋਹਾਂ ਚੀਜ਼ਾਂ ਦਾ ਮਿਲਾਪ ਕਰਾ ਦਿੱਤਾ ਜਾਵੇ ਤਾਂ ਡਿਵਾਈਸ ਬਹੁਤ ਜ਼ਬਰਦਸਤ ਨਹੀਂ ਬਣ ਜਾਊਗਾ, ਤਾਂ ਉਹਨੂੰ ਅਸੀਂ ਬੋਲ ਦਿੰਦੇ ਹਾਂ ਮਿਕਸਡ, ਠੀਕ ਹੈ। ਤਾਂ ਇਹ ਮੇਰੇ ਕੋਲ ਇਹਦੇ ਵਿੱਚ ਦੋਨੋਂ ਟੈਕਨੀਕਸ ਯੂਜ਼ ਕੀਤੀਆਂ। ਐਨਾਲੌਗ ਸਿਗਨਲ ਵੀ ਯੂਜ਼ ਕੀਤਾ ਜਾ ਸਕਦਾ, ਡਿਜੀਟਲ ਸਿਗਨਲ ਵੀ ਯੂਜ਼ ਕੀਤਾ ਜਾ ਸਕਦਾ। ਤਾਂ ਇਹਦੀ ਉਦਾਹਰਨ ATM ਮਸ਼ੀਨ। ATM ਦੀ ਫੁੱਲ ਫਾਰਮ ਪੇਪਰ ਬਹੁਤ ਪੁੱਛਦਾ, ਆਟੋਮੇਟਿਡ ਟੈਲਰ ਮਸ਼ੀਨ।
ਜਿਹੜੇ ATM ਲੱਗੇ ਹੋਏ ਨੇ ਉਹ ਹਾਈਬ੍ਰਿਡ ਹੈ, ਉਹ ਐਨਾਲੌਗ ਵੀ ਵਰਤਦਾ ਡਿਜੀਟਲ ਵੀ ਵਰਤਦਾ, ਦੋਨੋਂ ਸਿਗਨਲ ਯੂਜ਼ ਕਰਦਾ। ਰੋਬੋਟਸ ਹੋ ਸਕਦੇ ਨੇ। ECG ਤੁਸੀਂ ਲੱਗੇ, ਇਲੈਕਟ੍ਰੋਕਾਰਡੀਓਗ੍ਰਾਫੀ ਦੇਖੀ ਹੋਊਗੀ, ਹਾਰਟ ਨੂੰ ਮੈਜ਼ਰ ਕਰਨ ਵਾਸਤੇ ਹਸਪਤਾਲਾਂ 'ਚ ਲੱਗੀ ਹੁੰਦੀ ਹੈ, ਠੀਕ ਹੈ ਵੀ ਹਾਰਟ ਰੇਟ ਨੂੰ ਮੈਜ਼ਰ ਕਰ ਰਿਹਾ ਹੁੰਦਾ ਕੰਟੀਨਿਊਸਲੀ, ਉਹ ਵੀ ਮੇਰੇ ਕੋਲੇ ਇਹਦੀ ਹੀ ਇੱਕ ਹਾਈਬ੍ਰਿਡ ਸਿਸਟਮ ਦੀ ਉਦਾਹਰਨ ਹੈ। ਤਾਂ ਇਹ ਤਾਂ ਮੇਨ ਹੋ ਗਏ ਮੇਰੇ ਕੋਲੇ ਮੈਕੈਨਿਜ਼ਮ ਟੈਕਨੋਲੋਜੀ ਦੇ ਆਧਾਰ ਤੇ ਜਿਹੜਾ ਮੈਂ ਫਰਕ ਕੱਢਦਾ। ਹੁਣ ਆਉਂਦਾ ਸਾਈਜ਼ ਦੇ ਆਧਾਰ ਤੇ। ਸਾਈਜ਼ ਦੇ ਆਧਾਰ ਤੇ ਆ ਦੇਖੋ ਇੰਨੇ ਤਰ੍ਹਾਂ ਦੇ ਕੰਪਿਊਟਰ ਹੋ ਸਕਦੇ ਨੇ। ਆ ਇੱਥੇ ਫੋਟੋਆਂ ਮੈਂ ਇੱਕ ਜਗ੍ਹਾ ਦੀ ਇਕੱਠੀਆਂ ਪਾਈਆਂ ਹੋਈਆਂ ਨੇ ਕੱਲੇ ਕੱਲੇ ਦੀ ਜਗ੍ਹਾ ਤੇ। ਮਾਈਕਰੋ ਕੰਪਿਊਟਰ, ਮਿਨੀ ਕੰਪਿਊਟਰ ਉਹ ਤੋਂ ਵੀ ਛੋਟਾ ਹੁੰਦਾ, ਪਰਸਨਲ ਕੰਪਿਊਟਰ ਜਿਹੜੇ ਅੱਜ ਕੱਲ੍ਹ ਘਰਾਂ 'ਚ ਵਰਤਦੇ ਆ, ਲੈਪਟਾਪ ਆ ਸਕਦੇ ਨੇ, ਸੁਪਰ ਕੰਪਿਊਟਰ ਬਹੁਤ ਵੱਡੇ ਸਾਈਜ਼ ਦੇ, ਟੈਬਲੇਟ, ਇਹ ਚੀਜ਼ਾਂ ਆਉਂਦੀਆਂ ਨੇ। ਸਭ ਤੋਂ ਪਹਿਲੀ ਟਾਈਪ ਆਉਂਦੀ ਆ ਮਾਈਕਰੋ ਕੰਪਿਊਟਰ। ਮਾਈਕਰੋ ਕੰਪਿਊਟਰ ਨੂੰ ਪਰਸਨਲ ਕੰਪਿਊਟਰ ਵੀ ਕਿਹਾ ਜਾਂਦਾ। ਸਿੱਧਾ ਪੇਪਰ ਸਵਾਲ ਪੁੱਛਦਾ ਕਿ ਵਿਚ ਆਫ ਦਾ ਫੋਲੋਇੰਗ ਇਜ਼ ਕਾਲਡ ਪਰਸਨਲ ਕੰਪਿਊਟਰ, ਤਾਂ ਆਨਸਰ ਯਾਦ ਹੋਵੇ ਮਾਈਕਰੋ ਕੰਪਿਊਟਰ। ਉੱਥੇ ਉਲਝ ਜਾਂਦੇ ਆ, ਮਿਨੀ ਕੰਪਿਊਟਰ ਨੂੰ ਕਵਾਂਗੇ ਕਿ ਮਾਈਕਰੋ ਨੂੰ ਕਵਾਂਗੇ ਕਿ ਕਿਹਨੂੰ ਕਵਾਂਗੇ। ਯਾਦ ਰੱਖਿਓ ਜਿਹੜੇ ਪਰਸਨਲ ਕੰਪਿਊਟਰ ਵਰਤੇ ਜਾਂਦੇ ਨੇ ਉਹ ਮਾਈਕਰੋ ਦੀ ਕੈਟੇਗਰੀ ਦੇ ਵਿੱਚ ਆਉਂਦੇ ਨੇ। ਸਾਰਿਆਂ ਨੂੰ ਛੋਟੇ ਹੀ ਗਿਣੇ ਜਾਂਦੇ ਨੇ, ਲਗਭਗ ਕੈਰੀ ਕੀਤੇ ਜਾ ਸਕਦੇ ਨੇ, ਠੀਕ ਹੈ। ਇਹਦੇ ਵਿੱਚ ਉਹੀ CPU ਹੋਊਗਾ, ਪ੍ਰੋਸੈਸਰ ਹੋਊਗਾ, ਡੈਸਕਟਾਪ, ਲੈਪਟਾਪ, ਇਹ ਸਾਰੇ ਦੋਨੋਂ ਹੀ ਇਹਦੀ ਕੈਟੇਗਰੀ ਦੇ ਵਿੱਚ ਪੈ ਜਾਂਦੇ ਨੇ, ਕਿਉਂਕਿ ਜਦੋਂ ਮੈਂ ਪਰਸਨਲੀ ਕਹਤਾ ਵਰਤੇ ਜਾਣ ਵਾਲੇ ਤਾਂ ਉਹ ਚੀਜ਼ਾਂ ਆਉਣਗੀਆਂ ਹੀ ਆਉਣਗੀਆਂ ਇਹਦੇ ਵਿੱਚ, ਠੀਕ ਹੈ। ਵਰਤਣੇ ਸੌਖੇ ਨੇ। ਹੁਣ ਇਹਨਾਂ ਨੂੰ ਵਰਕ ਸਟੇਸ਼ਨਸ ਤੇ ਮਲਟੀਮੀਡੀਆ ਆ ਸਾਰੀਆਂ ਐਪਲੀਕੇਸ਼ਨਾਂ 'ਚ ਵਰਤਿਆ ਜਾ ਸਕਦਾ। ਤਾਂ ਇਹ ਬਸ ਮੇਨ ਤੁਹਾਨੂੰ ਪਤਾ ਹੋਣਾ ਚਾਹੀਦਾ, ਬਾਕੀ ਤਾਂ ਇਹਦੇ ਵਿੱਚ ਕੋਈ ਬੜੀ ਮੋਟੀ ਗੱਲ ਨਹੀਂ ਹੈਗੀ। ਕੁਐਸਚਨ ਉਹ ਵੀ ਬਣਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਪਰਸਨਲ ਕੰਪਿਊਟਰ ਵਾਲਾ। ਦੂਜਾ ਮੇਰੇ ਕੋਲ ਆਉਂਦਾ ਮਿਨੀ ਕੰਪਿਊਟਰ। ਮਿਨੀ ਕੰਪਿਊਟਰ 'ਚੋਂ ਕੀ ਸਵਾਲ ਬਣਦਾ, ਆਪਾਂ ਉਸ ਐਂਗਲ ਤੋਂ ਹੀ ਪੜ੍ਹਨ ਦੀ ਕੋਸ਼ਿਸ਼ ਕਰੀਏ ਜਿਸ ਐਂਗਲ ਤੋਂ ਸਵਾਲ ਬਣਦੇ ਨੇਗੇ। ਇਹ ਕੰਪਿਊਟਰ ਸਪੋਰਟ ਕਰਦੇ ਨੇ ਮਲਟੀਪਲ ਯੂਜ਼ਰਸ ਨੂੰ ਵਰਕਿੰਗ ਸਾਈਮਲਟੇਨੀਅਸਲੀ ਔਨ ਦਾ ਸੇਮ ਮਸ਼ੀਨ ਵਿਦ ਕੰਸੈਪਟ ਆਫ ਟਾਈਮ ਸ਼ੇਅਰਿੰਗ। ਵੈਰੀ ਇੰਪੋਰਟੈਂਟ, ਵੈਰੀ ਇੰਪੋਰਟੈਂਟ ਚੀਜ਼ ਹੈ ਇਹ। ਕਿਹੜੇ ਕੰਪਿਊਟਰ ਨੇ ਜਿਹੜੇ ਮਲਟੀਪਲ ਯੂਜ਼ਰਸ ਨੂੰ ਸੇਮ ਟਾਈਮ ਦੇ ਉੱਤੇ ਟਾਈਮ ਸ਼ੇਅਰਿੰਗ ਦੇ ਕੰਸੈਪਟ ਨਾਲ ਵਰਤਣ ਦੀ ਇਜਾਜ਼ਤ ਦਿੰਦੇ ਨੇ, ਤਾਂ ਉਹ ਹੈਗੇ ਨੇ ਮਿਨੀ ਕੰਪਿਊਟਰ। ਮਤਲਬ ਟਾਈਮ ਸ਼ੇਅਰਿੰਗ ਦੇ ਕੰਸੈਪਟ ਤੇ ਮਲਟੀਪਲ ਬੰਦੇ ਉਸ ਨੂੰ ਯੂਜ਼ ਕਰ ਸਕਦੇ ਨੇ ਬੈਠੇ। ਤਾਂ ਜਿਵੇਂ ਇੱਕ ਪ੍ਰਿੰਟਰ ਦੀ ਐਗਜ਼ਾਮਪਲ ਲੈ ਲਓ, 10 ਜਣੇ ਇੱਕ ਆਫਿਸ 'ਚ ਬੈਠੇ ਨੇ, 10 ਜਣਿਆਂ ਨੇ ਇੱਕ ਪ੍ਰਿੰਟਰ ਤੇ ਪ੍ਰਿੰਟ ਹੋਣ ਲਈ ਕਮਾਂਡ ਦੇਤੀ। ਪ੍ਰਿੰਟਰ ਸਾਰੇ 10 ਦੇ 10 ਕੰਪਿਊਟਰਾਂ ਨਾਲ ਜੁੜਿਆ ਹੋਇਆ ਉਹ, ਠੀਕ ਹੈ, ਉਹਨਾਂ ਨੇ ਉਹਦੀ ਸੌਫਟਵੇਅਰ ਕੀਤਾ ਹੋਇਆ ਵਿੱਚ, ਯਾਨੀ ਕਿ ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ। ਤਾਂ ਉਹ ਪ੍ਰਿੰਟਰ ਟਰਨ ਵਾਈਜ਼ ਟਰਨ ਸਾਰਿਆਂ ਦੀ ਕਿਊ ਬਣਾ ਕੇ ਇਕੱਲੇ ਇਕੱਲੇ ਦਾ ਪ੍ਰਿੰਟ ਕੱਢ ਕੇ ਦੇ ਦਿੰਦਾ, ਠੀਕ ਹੈ, ਕਿਊ ਲਾਈਨ ਦੇ ਵਿੱਚ। ਉਵੇਂ ਦਾ ਕੰਸੈਪਟ ਕਹਿ ਸਕਦੇ ਹੋ ਤੁਸੀਂ ਕਿ ਟਾਈਮ ਸ਼ੇਅਰਿੰਗ ਦੇ ਬੇਸਿਸ ਤੇ ਯੂਜ਼ ਹੋ ਗਿਆ ਇੱਕ ਚੀਜ਼ ਦਾ। ਸਮਾਲ ਬਿਜ਼ਨਸ ਆਰਗੇਨਾਈਜੇਸ਼ਨਸ 'ਚ ਵਰਤੇ ਜਾਂਦੇ ਨੇ ਇਹ, ਠੀਕ ਹੈ। ਤੇ ਆਹ ਦੇਖਣ ਨੂੰ ਇਹੋ ਜਿਹੇ ਨਜ਼ਰ ਆਉਂਦੇ ਨੇ ਸਾਡੇ ਕੋਲੇ। ਆਹ ਸਾਡੇ ਕੋਲੇ ਐਗਜ਼ਾਮਪਲ ਹੋਊਗੀ ਮਿਨੀ ਕੰਪਿਊਟਰਸ ਦੀ। ਅੱਗੇ ਆ ਜਾਓ, ਤੀਜੀ ਆ ਕੇ ਮੇਨ ਫਰੇਮ ਕੰਪਿਊਟਰਸ। ਬੜੇ ਪਾਵਰਫੁਲ ਤੇ ਬੜੇ ਵੱਡੇ ਹੁੰਦੇ ਨੇ ਸਾਈਜ਼ ਦੇ ਵਿੱਚ ਬੇਸਿਕਲੀ ਇਹ ਕੰਪਿਊਟਰਸ। ਬਹੁਤ ਵੱਡੇ ਵੱਡੇ ਡਾਟਾਬੇਸ ਕਨੈਕਟ ਹੁੰਦੇ ਨੇ। ਹੁਣ ਜਿੰਨਾ ਵੱਡਾ ਡਾਟਾਬੇਸ ਹੋਊ, ਡਾਟਾਬੇਸ ਕੀ ਹੁੰਦਾ, ਡਾਟਾ ਸਟੋਰ ਕਰਨ ਵਾਸਤੇ ਤੁਸੀਂ ਕਹਿ ਲਓ ਕਿ ਵੱਡੀਆਂ ਵੱਡੀਆਂ ਮਸ਼ੀਨਾਂ ਬਣੀਆਂ ਹੁੰਦੀਆਂ ਨੇ। ਇਹਦਾ ਮਤਲਬ ਇਹ ਛੋਟੇ ਮੋਟੇ ਆਮ ਬੰਦਿਆਂ ਦੇ ਯੂਜ਼ 'ਚ ਤਾਂ ਗੱਲ ਬਾਹਰ ਨਿਕਲ ਗਈ। ਵੱਡੀਆਂ ਆਰਗੇਨਾਈਜੇਸ਼ਨਾਂ, ਐਮਾਜ਼ੋਨ ਵਰਗੀ ਆਰਗੇਨਾਈਜੇਸ਼ਨ, ਠੀਕ ਹੈ, ਫਲਿੱਪਕਾਰਟ ਵਰਗੀ ਆਰਗੇਨਾਈਜੇਸ਼ਨ, ਜਿਨ੍ਹਾਂ ਨਾਲ ਲੱਖਾਂ ਯੂਜ਼ਰ ਜੁੜੇ ਹੋਏ ਨੇ, ਉਹਨਾਂ ਦਾ ਡਾਟਾਬੇਸ ਡਾਟਾ ਸਟੋਰ ਕਰਾਉਣਾ, ਉਹ ਵਰਤਦੀਆਂ ਨੇ ਉਹ ਜਿਹੀਆਂ ਕੰਪਨੀਆਂ ਨੂੰ, ਮੇਨ ਫਰੇਮ ਕੰਪਿਊਟਰਸ ਨੂੰ, ਠੀਕ ਹੈ। ਇਹ ਸੂਟੇਬਲ ਨੇ ਬਿਗ ਆਰਗੇਨਾਈਜੇਸ਼ਨਸ ਵਾਸਤੇ, ਬੈਂਕਾਂ ਵਾਸਤੇ ਕਿ ਜਿਹਦੇ ਨਾਲ ਕਿੰਨੇ ਕਿੰਨੇ ਯੂਜ਼ਰ ਨੇ, ਇੰਡਸਟਰੀਆਂ ਵਾਸਤੇ, ਠੀਕ ਹੈ। ਤਾਂ ਇਹ ਇੰਪੋਰਟੈਂਟ ਪੁਆਇੰਟ ਹੈ, ਇਹ ਸਿੰਗਲ ਤੋਂ ਸਵਾਲ ਇਹਦੇ ਚੋਂ ਨਿਕਲ ਸਕਦਾ। ਦੇਖੋ ਐਡੇ ਹੁੰਦੇ ਨੇ ਕਿਉਂਕਿ ਉਨੇ ਵੱਡੇ ਵੱਡੀ ਡਾਟਾਬੇਸ ਹੁੰਦੇ ਨੇ ਡਾਟਾ ਸਟੋਰ ਕਰਨ ਵਾਸਤੇ। ਅੱਗੇ ਚੱਲਦੇ ਆ ਸੁਪਰ ਕੰਪਿਊਟਰ, ਜਿਹੜਾ ਕਿ ਅੱਜ ਦਾ ਆਪਣਾ ਸਭ ਤੋਂ ਮਹੱਤਵਪੂਰਨ ਹੈ ਤੇ ਇਹਦੇ ਚੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ ਸੁਪਰ ਕੰਪਿਊਟਰ ਨੂੰ ਲੈ ਕੇ। ਸਭ ਤੋਂ ਤੇਜ਼ ਨੇ ਤੇ ਸਭ ਤੋਂ ਮਹਿੰਗੇ ਨੇ, ਕੋਈ ਸ਼ੱਕ ਨਹੀਂ। ਬਿਲੀਅਨ ਨੰਬਰ ਆਫ ਇਨਸਟਰਕਸ਼ਨਾਂ ਨੂੰ, ਹਦਾਇਤਾਂ ਨੂੰ ਲਾਗੂ ਕਰ ਸਕਦੇ ਨੇ 1 ਸੈਕਿੰਡ 'ਚ, ਇੰਨੀ ਸਪੀਡ ਹੈ, ਠੀਕ ਹੈ। ਇਹਦੇ ਵਿੱਚ ਮਲਟੀ ਪ੍ਰੋਸੈਸਰ ਵੀ ਹੋ ਸਕਦੇ ਨੇ, ਨੰਬਰ ਆਫ ਪ੍ਰੋਸੈਸਰ ਲੱਗੇ ਹੋ ਸਕਦੇ ਨੇ ਜਿਹੜੇ ਇੱਕ ਕੰਮ ਨੂੰ ਕਰਨ ਵਾਸਤੇ ਮਲਟੀ ਪ੍ਰੋਸੈਸਿੰਗ ਵਾਲਾ ਜਿਵੇਂ ਪਿੱਛੇ ਕੰਸੈਪਟ ਆਇਆ ਸੀ ਉਹ ਇਹ ਵਰਤਦਾ। ਪੈਰਲਲ ਸਿਸਟਮ ਹੋ ਸਕਦੇ ਨੇ, ਠੀਕ ਹੈ। ਇਹ ਸਾਰੀਆਂ ਟੈਕਨੋਲੋਜੀਆਂ ਨੇ ਜਿਹੜੀਆਂ ਇਹਦੇ ਵਿੱਚ ਵਰਤੀਆਂ ਜਾਂਦੀਆਂ ਨੇ ਤਾਂ ਕਿ ਜਿਹੜੀਆਂ ਕੰਪਲੈਕਸ ਤੋਂ ਕੰਪਲੈਕਸ ਮੈਥਮੈਟੀਕਲ ਪ੍ਰੋਬਲਮਾਂ ਨੇ, ਦੂਜੀਆਂ ਪ੍ਰੋਬਲਮਾਂ ਨੇ, ਉਹਨਾਂ ਦਾ ਹੱਲ ਕੱਢਿਆ ਜਾ ਸਕੇ। ਉਹਦੇ ਲਈ ਤਾਂ ਹੈਗੇ ਨੇ ਬੇਸਿਕਲੀ, ਇਹਨਾਂ ਦਾ ਯੂਜ਼ ਵੀ ਉੱਥੇ ਹੀ ਹੈ। ਆਮ ਬੰਦੇ ਸਾਡੇ ਕਿਸੇ ਮਤਲਬ ਦੇ ਨਹੀਂ, ਵੱਡੇ ਵੱਡੇ ਜਿਹੜੀਆਂ ਰਿਸਰਚ ਐਂਡ ਡਿਵੈਲਪਮੈਂਟ ਵਾਲੀਆਂ ਆਰਗੇਨਾਈਜੇਸ਼ਨਾਂ ਨੇ ਉਹ ਵਰਤਦੀਆਂ ਨੇ ਇਹਨਾਂ ਨੂੰ, ਠੀਕ ਹੈ। IITs ਨੇ ਸਾਡੀਆਂ, DRDO ਵਰਗੀਆਂ ਸੰਸਥਾਵਾਂ, ਜਿੱਥੇ ਕਿ ਰਿਸਰਚ ਉਸ ਲੈਵਲ ਤੇ ਚੱਲਦੀ ਹੈ ਕਿ ਐਡੀਆਂ ਵੱਡੀਆਂ ਵੱਡੀਆਂ ਸਿਮੂਲੇਸ਼ਨਸ ਹੁੰਦੀਆਂ ਨੇ ਕਿ ਉਹਨਾਂ ਨੂੰ ਐਗਜ਼ੀਕਿਊਟ ਕਰਨ ਵਾਸਤੇ ਜਿਨ੍ਹਾਂ ਨੂੰ ਆਮ ਕੰਪਿਊਟਰ ਲਾ ਦਈਏ ਕਿ ਮਹੀਨੇ ਲਾ ਦੇਣਗੇ, ਉੱਥੇ ਫਿਰ ਇਹੀ ਕੰਮ ਆਉਂਦੇ ਨੇ, ਹੋਰ ਨਹੀਂ ਕੋਈ ਕੰਮ ਕਰ ਸਕਦੇ, ਠੀਕ ਹੈ। ਹੁਣ ਜਿਹੜਾ ਇਹ ਕੰਪਿਊਟਰ ਹੁੰਦਾ ਬੇਸਿਕਲੀ
ਇਹਦੀ ਜੇ ਮੈਂ ਗੱਲ ਕਰਾਂ ਪਾਵਰ ਕਿਵੇਂ ਮੈਜ਼ਰ ਹੁੰਦੀ ਹੈ। ਬੇਸਿਕਲੀ ਤਾਂ ਆਰਡੀਨਰੀ ਕੰਪਿਊਟਰ ਜਿਹੜੀ ਜਨਰਲੀ ਇਹਨੂੰ ਅਸੀਂ ਮਿਪਸ ਚ ਮੰਨਦੇ ਆ, ਮਤਲਬ ਮਿਲੀਅਨ ਇਨਸਟਰਕਸ਼ਨਸ ਪਰ ਸੈਕਿੰਡ ਪਾਵਰ ਵਾਸਤੇ ਯੂਜ਼ ਕੀਤਾ ਜਾ ਸਕਦਾ। ਪਰ ਜੇ ਇਹਦੇ ਪੁੱਛੇ ਜਾਣ ਯੂਨਿਟ ਕਿ ਯੂਨਿਟ ਕੀ ਨੇ, ਯੂਨਿਟ ਉਹੀ ਨੇ ਮੇਰੇ ਕੋਲੇ ਫਲॉप्स, ਉਹ ਮਿਪਸ ਨਹੀਂ ਫਿਰ ਹੈਗੇ। ਠੀਕ ਹੈ, ਯੂਨਿਟਸ ਤੁਸੀਂ ਅੱਗੇ ਇੱਥੇ ਲਿਖਿਆ ਹੋਏਗਾ ਫਲॉप्स, ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ। ਇੰਨੀ ਸਪੀਡ ਹੈ ਇਹਨੂੰ ਮੈਜ਼ਰ ਕਰਨ ਦੀ ਉਹਦੇ ਯੂਨਿਟਸ। ਇਹਦੇ 'ਚ ਕਈ ਵਾਰ ਕਨਫਿਊਜ਼ ਹੋ ਜਾਂਦੇ ਨੇ ਬੱਚੇ, ਮਿਪਸ ਟਿਕ ਲਾ ਆਉਂਦੇ ਨੇ ਜਦੋਂ ਇਹਦੀ ਸਪੀਡ ਪੁੱਛੀ ਜਾਂਦੀ ਹੈ। ਮਿਪਸ ਪਾਵਰ ਮੈਜ਼ਰ ਕਰਨ ਦਾ ਇੱਕ ਪੈਰਾਮੀਟਰ ਹੈ, ਨਾ ਕਿ ਇਹਦਾ ਯੂਨਿਟ ਹੈ ਸਪੀਡ ਮੈਜ਼ਰ ਕਰਨ ਦਾ। ਇੱਕ ਪੈਰਾਮੀਟਰ ਕਹਿ ਸਕਦੇ ਹੋ ਕਿ ਕਿੰਨੀਆਂ ਮਿਲੀਅਨ ਆਫ ਇਨਸਟਰਕਸ਼ਨਸ ਨੂੰ ਇਹ ਮੇਰੇ ਕੋਲੇ ਕੱਢ ਕੇ ਦੇ ਰਿਹਾ ਹੈ, ਉਹ ਇੱਕ ਉੱਥੋਂ ਇੱਕ ਪਾਵਰ ਪਤਾ ਲੱਗ ਜੂਗੀ ਵੀ ਕਿੰਨੀ ਕੁ ਪਾਵਰ ਹੈ। ਪਰ ਯੂਨਿਟ ਅਸਲ ਦੇ ਵਿੱਚ ਫਲॉप्स ਹੀ ਵਰਤੀ ਜਾਂਦੀ ਹੈ, ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ। ਇਹ ਤਾਂ ਇੱਕ ਮਤਲਬ ਪੈਰਾਮੀਟਰ ਦੇ ਤੌਰ ਤੇ ਮੈਂ ਇਹਨੂੰ ਮੰਨ ਸਕਦਾ, ਦੈਟਸ ਇਟ। ਹੁਣ ਮੇਨ ਜਿਹੜੇ ਕੁਐਸਚਨ ਇਹਦੇ ਚੋਂ ਨਿਕਲਦੇ ਨੇ ਉਹ ਹੈਗੇ ਇਹਦੀ ਹਿਸਟਰੀ ਚੋਂ। ਪੁੱਛਿਆ ਜਾਂਦਾ ਕਿ ਪਹਿਲਾ ਸੁਪਰ ਕੰਪਿਊਟਰ ਦੁਨੀਆ ਦਾ ਕਿਹੜਾ ਬਣਿਆ ਸੀਗਾ। ਜੇ ਇਹ ਤੁਹਾਨੂੰ ਪੁੱਛਿਆ ਜਾਵੇ ਤਾਂ ਪਹਿਲਾ ਸੁਪਰ ਕੰਪਿਊਟਰ ਬਣਿਆ ਸੀ ਕਰੇ, CRA ਕਰੇ ਨੂੰ 1957 ਦੇ ਵਿੱਚ ਅਮਰੀਕਾ ਨੇ ਬਣਾਇਆ ਸੀ। ਯੂਨਾਈਟਿਡ ਸਟੇਟਸ ਦਾ ਜਿਹੜਾ ਡਿਫੈਂਸ ਡਿਪਾਰਟਮੈਂਟ ਹੈ ਉਹਦੇ ਦੁਆਰਾ ਬਣਾਇਆ ਗਿਆ ਸੀਗਾ। ਸੈਮੋਰ ਕਰੇ ਉਹਦਾ ਨਾਮ ਰੱਖਿਆ ਗਿਆ ਸੀਗਾ। ਤਾਂ ਕਰੇ ਹੀ ਪੇਪਰ 'ਚ ਪੈਂਦਾ ਹੁੰਦਾ ਕਿ ਕਰੇ ਸੀ ਉਹ ਪਹਿਲਾ। ਠੀਕ ਹੈ, ਜਿਹਨੇ ਕਿ ਵੈਕਿਊਮ ਟਿਊਬਸ ਨੂੰ ਰਿਪਲੇਸ ਕਰਕੇ ਟਰਾਂਜਿਸਟਰ ਵਰਤੇ ਸੀ ਪਹਿਲੀ ਵਾਰ। ਠੀਕ ਹੈ, ਫਲॉप्स ਦੇ ਵਿੱਚ ਸਪੀਡ ਆਪਾਂ ਦੇਖ ਹੀ ਲਈ। ਹੁਣ ਜੇ ਦੂਜਾ ਐਂਗਲ ਕੀ ਪੁੱਛਿਆ ਜਾਂਦਾ ਹੁੰਦਾ, ਦੂਜਾ ਸਵਾਲ ਜਿਹੜਾ ਇਹਦੇ ਵਿੱਚੋਂ ਪੁੱਛਿਆ ਜਾਊਗਾ ਭਾਰਤ ਦੇ ਐਂਗਲ ਤੋਂ, ਕਿ ਭਾਰਤ ਦੇ ਵਿੱਚ ਪਹਿਲਾਂ ਕਿਹੜਾ ਵਰਤਿਆ ਗਿਆ ਸੀਗਾ। ਤਾਂ ਭਾਰਤ ਦਾ ਜਿਹੜਾ ਪਹਿਲਾ ਸੁਪਰ ਕੰਪਿਊਟਰ ਹੈ ਉਹ ਸਾਡੇ ਕੋਲੇ ਸੀਗਾ ਪਰਮ 8000। ਪਰਮ 8000 ਪਹਿਲਾ ਸੁਪਰ ਕੰਪਿਊਟਰ ਸੀ ਜਿਹੜਾ ਭਾਰਤ ਨੇ ਬਣਾਇਆ। ਠੀਕ ਹੈ, ਤੇ ਇਹ ਰੈਪਲੀਕੇਟਡ ਐਂਡ ਇੰਸਟਾਲਡ ਆਈਕੈਡ ਮਾਸਕੋ 1991 ਅੰਡਰ ਰਸ਼ੀਅਨ ਕੋਲੈਬੋਰੇਸ਼ਨ। ਇਹ ਥਿਊਰੀ ਹੈ, ਪੜ੍ਹਨੀ ਹੋਈ ਪੜ੍ਹ ਲਿਓ, ਕੋਈ ਬੜੀ ਇੰਪੋਰਟੈਂਟ ਨਹੀਂ, ਤੁਹਾਡੀ ਨੌਲੇਜ ਦੇ ਲਈ ਹੈ, ਚੀਜ਼ਾਂ ਲਿਖੀਆਂ ਹੋਈਆਂ ਇਤਿਹਾਸ ਦੀਆਂ। ਪਰ ਮੈਂ ਉਹਦੇ ਦੀ ਟਾਰਗੇਟ ਕਰੂੰਗਾ ਜਿਹੜੀ ਚੀਜ਼ ਪੇਪਰ ਦੇ ਵਿੱਚ ਆਉਂਦੀ ਹੈ ਸਾਨੂੰ ਇਸ ਹਿੱਸੇ ਦੇ ਵਿੱਚੋਂ। ਠੀਕ ਹੈ, ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ, ਭਾਰਤ ਨੇ ਇਹਦੇ ਵਿੱਚ ਕਾਫੀ ਮਹਾਰਤ ਹਾਸਲ ਕੀਤੀ। ਮੈਂ ਇੱਕ ਪ੍ਰੋਜੈਕਟ ਦਾ ਨਾਮ ਲੈਣਾ ਚਾਹੂੰਗਾ ਇੱਥੇ। ਉਹ ਪ੍ਰੋਜੈਕਟ ਦਾ ਨਾਮ ਹੈਗਾ ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ। ਨੈਸ਼ਨਲ ਸੁਪਰ ਕੰਪਿਊਟਿੰਗ ਮਿਸ਼ਨ 2015 ਦੇ ਵਿੱਚ ਭਾਰਤ ਨੇ ਲਾਂਚ ਕੀਤਾ ਸੀਗਾ, ਜਿਹਦੇ ਤਹਿਤ ਭਾਰਤ ਨੇ ਇਹ ਲੋੜ ਮਹਿਸੂਸ ਕੀਤੀ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਤਕੜੇ ਸੁਪਰ ਕੰਪਿਊਟਰ ਬਣਾਉਣ ਦੀ ਜ਼ਰੂਰਤ ਹੈ ਜੇ ਅਸੀਂ ਰਿਸਰਚ ਤੇ ਡਿਵੈਲਪਮੈਂਟ ਨੂੰ ਬੜਾਵਾ ਦੇਣਾ। ਇਹਦੇ ਤਹਿਤ ਲਗਭਗ 70 ਸੁਪਰ ਕੰਪਿਊਟਰ ਬਣਾਉਣ ਦਾ ਇੱਕ ਪ੍ਰਪੋਜ਼ਲ ਰੱਖਿਆ ਗਿਆ, ਜਿਹੜਾ ਕਿ ਚੱਲ ਰਿਹਾ ਹਾਲੇ ਤੱਕ। ਇੰਨੇ ਬਣੇ ਤਾਂ ਨਹੀਂ ਹੈਗੇ ਪਰ ਬਣਾ ਰਹੇ ਨੇ, ਸਲੋ ਸਪੀਡ ਜ਼ਰੂਰ ਹੈ। ਤਾਂ ਇਹ ਮਿਸ਼ਨ ਬੇਸਿਕਲੀ ਕਿਹਦਾ ਮਿਸ਼ਨ ਸੀਗਾ, ਡਿਪਾਰਟਮੈਂਟ ਆਫ ਸਾਇੰਸ ਤੇ ਜਿਹੜੀ ਟੈਕਨੋਲੋਜੀ ਵਾਲਾ ਵਿਭਾਗ ਆ ਇਹ, ਤੇ ਜਿਹੜੀ ਸਾਡੀ ਇਲੈਕਟ੍ਰੋਨਿਕਸ ਤੇ ਇਨਫੋਰਮੇਸ਼ਨ ਟੈਕਨੋਲੋਜੀ ਮੀਟੀ, ਦੋ ਸੰਸਥਾਵਾਂ ਨੇ, ਇਹਨਾਂ ਨੇ ਜੁਆਇੰਟਲੀ ਇਹਨੂੰ ਮਿਸ਼ਨ ਨੂੰ ਚਲਾਇਆ। ਤੇ ਇਹ ਮਿਸ਼ਨ ਨੂੰ ਲਾਗੂ ਕਰਨ ਵਾਸਤੇ ਜਿਹੜੀ ਸੰਸਥਾ ਚੁਣੀ ਗਈ ਉਹਦਾ ਨਾਮ ਸੀਗਾ ਸੀਡੈਕ ਮੇਨ ਸੰਸਥਾ ਹੈ। ਫੁੱਲ ਫਾਰਮ ਸੀਡੈਕ ਦੀ ਪੁੱਛੀ ਜਾ ਚੁੱਕੀ ਹੈ। ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸ ਕੰਪਿਊਟਿੰਗ, ਪੂਨੇ। ਇਹ ਤੋਂ ਇਲਾਵਾ ISC ਬੰਗਲੌਰ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਹੈ ਉਹਨੂੰ ਵੀ ਵਿੱਚ ਇਨਕਲੂਡ ਕੀਤਾ ਗਿਆ ਇਸ ਪ੍ਰੋਜੈਕਟ ਦੇ ਵਿੱਚ। ਤੇ ਇਹਨਾਂ ਨੂੰ ਬੋਲਿਆ ਗਿਆ ਕਿ ਤੁਸੀਂ ਕੰਪਿਊਟਰ ਬਣਾਉਣੇ ਨੇ। ਤੇ ਕੀ ਇਹ ਸੁਪਰ ਕੰਪਿਊਟਰ ਇਹਨਾਂ ਨੇ ਬਣਾਏ? ਬਿਲਕੁਲ ਸੁਪਰ ਕੰਪਿਊਟਰ ਬਣਾਏ। ਜਿਵੇਂ ਕਿ ਆਹ ਕੁਝ ਨਾਮ ਨੇ ਸਾਡੇ ਲੇਟੈਸਟ ਸੁਪਰ ਕੰਪਿਊਟਰਸ ਦੇ ਜਿਹੜੇ ਨਿਊਜ਼ ਦੇ ਵਿੱਚ ਸੀ ਤੁਹਾਨੂੰ ਪੁੱਛੇ ਜਾ ਸਕਦੇ ਆ। ਪਰਮ ਸ਼ਿਵਾਏ, ਪਰਮ ਸ਼ਕਤੀ, ਪਰਮ ਬ੍ਰਹਮਾ, ਪਰਮ ਯੁਕਤੀ, ਕਿਉਂਕਿ ਪਹਿਲਾ ਪਰਮ ਸੀ ਤਾਂ ਨਾਲ ਪਰਮ ਹੀ ਚੱਲ ਰਿਹਾ। ਪਰਮ ਸ਼ੰਗਨਕ, ਕਿੱਥੇ ਪਰਮ ਸ਼ਿਵਾਏ ਜਿਹੜਾ ਸੁਪਰ ਕੰਪਿਊਟਰ ਸੀ ਇਹਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਲਾਇਆ ਹੋਇਆ, ਇੰਸਟਾਲ ਕੀਤਾ ਹੋਇਆ। ਜਿਹੜਾ ਪਰਮ ਸ਼ਕਤੀ ਹੈ ਇਹਨੂੰ ਸ਼ਿਵਾਏ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ 'ਚ, ਸ਼ਕਤੀ ਨੂੰ ਖੜਗਪੁਰ 'ਚ, IIT ਜਿਹੜੀ ਖੜਗਪੁਰ ਵੈਸਟ ਬੰਗਾਲ 'ਚ ਪੈਂਦੀ ਹੈ। ਆਈਸਰ ਪੂਨੇ ਦੇ ਵਿੱਚ ਬ੍ਰਹਮਾ ਲਾਇਆ ਹੋਇਆ, ਤੇ ਪਰਮ ਯੁਕਤੀ ਨੂੰ ਆ ਬੈਂਗਲੁਰੂ ਦਾ ਇੰਸਟੀਚਿਊਟ ਹੈ ਇਹਦੇ ਵਿੱਚ, ਤੇ ਜਿਹੜਾ ਲਾਸਟ ਸੰਗਨਕ ਹੈ ਇਹਨੂੰ IIT ਕਾਨਪੁਰ ਦੇ ਵਿੱਚ ਇੰਸਟਾਲ ਕੀਤਾ ਹੋਇਆ। ਇਹ ਇੰਪੋਰਟੈਂਟ ਪੁਆਇੰਟ ਆਪਣੇ ਆਪ ਦੇ ਵਿੱਚ ਧਿਆਨ 'ਚ ਰੱਖਿਓ। 2020 ਦੇ ਵਿੱਚ ਇੱਕ
ਪ੍ਰੋਜੈਕਟ ਇੱਕ ਨਾ ਰੈਂਕਿੰਗ ਦਿੱਤੀ ਜਾਂਦੀ ਹੈ ਟੌਪ 500 ਹਰ ਮਹੀਨੇ ਇਹ ਰੈਂਕਿੰਗ ਅੰਡਰ ਵਰਲਡ ਦੇ ਵਿੱਚ ਜਾਰੀ ਕੀਤੀ ਜਾਂਦੀ ਹੈ ਕਿ ਦੁਨੀਆ ਦੇ ਟੌਪ 500 ਸੁਪਰ ਕੰਪਿਊਟਰ ਕਿਹੜੇ ਨੇ ਜਿਹੜੇ ਅੱਜ ਦੀ ਸਪੀਡ ਦੇ ਹਿਸਾਬ ਨਾਲ ਤੇ ਉਹਨਾਂ ਦੇ ਵਿੱਚ 2020 ਦੀ ਜਿਹੜੀ ਰੈਂਕਿੰਗ ਸੀ ਉਹਦੇ ਵਿੱਚ ਭਾਰਤ ਦਾ ਜਿਹੜਾ ਪਰਮ ਸਿੱਧੀ ਹੈਗਾ ਪਰਮ ਸਿੱਧੀ ਬੜਾ ਇੰਪੋਰਟੈਂਟ ਸੁਪਰ ਕੰਪਿਊਟਰ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਆਧਾਰਿਤ ਸੁਪਰ ਕੰਪਿਊਟਰ ਹੈ ਇਹਨੇ 62ਵਾਂ ਰੈਂਕ ਹਾਸਲ ਕੀਤਾ ਸੀਗਾ ਇਹ ਬੜੀ ਤਕੜੀ ਉਪਲਬਧੀ ਸੀ ਭਾਰਤ ਦੀ ਵੀ ਕਿ ਪਹਿਲੇ 100 ਦੇ ਵਿੱਚ ਸਾਡਾ ਸੁਪਰ ਕੰਪਿਊਟਰ ਆ ਗਿਆ ਸੀਗਾ ਠੀਕ ਹੈ ਇਸ ਤੋਂ ਇਲਾਵਾ ਕੁਝ ਚੀਜ਼ਾਂ ਮੈਂ ਹੋਰ ਦੱਸਣਾ ਚਾਹੂੰਗਾ 2022 ਦੀ ਜਿਹੜੀ ਰੈਂਕਿੰਗ ਆਈ ਹੈ ਠੀਕ ਹੈ 2022 ਦੀ ਉਹਦੇ ਵਿੱਚ ਇੰਡੀਅਨ ਇੰਸਟੀਚਿਊਟ ਆਫ ਜਿਹੜੀ ਇਹ IISc ਹੈ ਰੈਂਕਿੰਗ ਨਹੀਂ ਮੈਂ ਕਹੂੰਗਾ 2022 ਚ ਇਹ ਇੱਕ ਕਰੰਟ ਸੀ ਇਹਦੇ ਨਾਲ ਰਿਲੇਟਡ IISc ਨੇ परम प्रवेगा नाम का सुपर कंप्यूटर जिहदी स्पीड 3.3 पैटाफ्लॉप्स है इस नूं इंस्टॉल किया है कित्थे इंस्टॉल किया है IISc बेंगलुरु क्वेश्चन पूछा जा सकता किसी भी तरीके नाल क्वेश्चन देखो यार इत्थों निकल सकता तुहानूं पुछ सकदे ने कि IISc दे विच फरवरी 2022 दे विच एक सुपर कंप्यूटर इंस्टॉल किया कि उहदा नाम दसो तो यह आ जाएगा तुहानूं पुछ सकदे ने परम प्रवेगा कोई चीज़ न्यूज़ च सी किहदा नाम है तो ये तो मेरे ख्याल च झट पछाण लोगे क्योंकि परम पहला सी परम ਜਿਹਦੇ ਨਾਮ ਨਾਲ ਜੁੜ ਗਿਆ ਸੁਪਰ ਕੰਪਿਊਟਰ ਹੀ ਹੈ ਕਿੱਥੇ ਇੰਸਟਾਲ ਕੀਤਾ ਆ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ ਇਹ ਤੋਂ ਇਲਾਵਾ ਇੱਕ ਇੰਪੋਰਟੈਂਟ ਪੁਆਇੰਟ ਹੁਣ ਜਿਹੜੀ ਰੀਸੈਂਟ ਟੌਪ 500 ਦੀ ਲਿਸਟ ਆਈ ਸੀ ਉਹਦੇ ਵਿੱਚ ਦੁਨੀਆ ਦੇ ਸਭ ਤੋਂ ਤਾਕਤਵਰ ਸੁਪਰ ਕੰਪਿਊਟਰ ਕਿਹੜੇ ਕੱਢੇ ਗਏ ਸਭ ਤੋਂ ਤਾਕਤਵਰ ਸੁਪਰ ਕੰਪਿਊਟਰ ਇੱਕ ਤਾਂ ਜਾਪਾਨ ਦਾ ਸੀ ਨਾਮ ਸੀਗਾ ਉਹਦਾ ਫੋਗਾਕੂ ਸੁਪਰ ਕੰਪਿਊਟਰ ਜਿਹਦੀ 442 ਪੈਟਾਫਲॉप ਕਰਕੇ ਸਪੀਡ ਹੈ ਦੇਖੋ ਫਲॉप ਇਹਦੇ ਬੇਸਿਕ ਯੂਨਿਟਸ ਨੇ ਹੁਣ ਆ ਤਾਂ ਤੁਹਾਨੂੰ ਪਤਾ ਹੋਊਗਾ ਕਿ ਮੇਰੇ ਕੋਲੇ ਮੈਗਾ ਗੀਗਾਹਰਟਜ਼ ਟੈਰਾਹਰਟਜ਼ ਤੋਂ ਬਾਅਦ ਪੈਟਾਹਰਟਜ਼ ਐਂਡ ਸੋ ਔਨ ਇਹ ਸਾਰੀਆਂ ਚੀਜ਼ਾਂ ਚੱਲੀ ਜਾਣਗੀਆਂ ਠੀਕ ਹੈ ਉਸ ਤਰੀਕੇ ਨਾਲ ਮੈਮਰੀ ਚੈਪਟਰ ਦੇ ਵਿੱਚ ਪੜਾਂਗੇ ਕਿ ਮੈਮਰੀ ਦੇ ਯੂਨਿਟਸ ਕਿਵੇਂ ਵੱਧਦੇ ਨੇ ਠੀਕ ਹੈ ਪਹਿਲਾਂ ਹਰਟਜ਼ ਹੁੰਦਾ ਇੰਨੇ ਹਰਟਜ਼ ਹੋ ਸਕਦੀ ਹੈ ਫਿਰ ਮੈਗਾਹਰਟਜ਼ ਹੋ ਸਕਦੀ ਹੈ ਜਾਂ ਕਿਲੋਹਰਟਜ਼ ਹੋਏਗਾ ਕਿਲੋਹਰਟਜ਼ ਤੋਂ ਮੈਗਾਹਰਟਜ਼ ਫਿਰ ਗੀਗਾਹਰਟਜ਼ ਫਿਰ ਟੈਰਾਹਰਟਜ਼ ਐਂਡ ਸੋ ਔਨ ਜਿਸ ਤਰੀਕੇ ਨਾਲ ਯੂਨਿਟ ਅੱਗੇ ਵੱਧਦੇ ਜਾਂਦੇ ਨੇ ਤਾਂ ਉੱਥੋਂ ਹੀ ਪੈਟਾਫਲॉप्स ਲਿਆ ਹੋਇਆ ਹੈ ਕਿ 442 ਪੈਟਾਫਲॉप्स ਦੀ ਸਪੀਡ ਹੈ ਬੇਸਿਕਲੀ ਫਲॉप ਹੀ ਹੈ ਨਾਲ ਪੈਟਾ ਦੇ ਨਾਲ ਤਾਂ ਇੱਕ ਹੋਰ ਇਨਕਰੀਜ਼ ਡਾਈਮੈਂਸ਼ਨ ਹੈ ਤੁਸੀਂ ਕਹਿ ਸਕਦੇ ਹੋ ਇਹਦੀ ਤੇ ਦੂਜਾ ਸੁਪਰ ਕੰਪਿਊਟਰ IBM ਸੁਮਿਤ ਇਹਨਾਂ ਦੋਨਾਂ ਨੂੰ ਪਹਿਲਾ ਰੈਂਕ ਦਿੱਤਾ ਗਿਆ ਇਹ IBM ਕੰਪਨੀ ਦਾ ਨਾਮ ਉਹਦਾ ਸੁਮਿਤ ਹੈ ਤਾਂ ਇਹਨਾਂ ਦੇ ਨਾਮ ਵੀ ਯਾਦ ਰੱਖ ਲਿਓ ਫੈਕਚੁਅਲ ਤੌਰ ਤੇ ਤੁਹਾਡੇ ਤੋਂ ਪੁੱਛੇ ਜਾ ਸਕਦੇ ਆ ਠੀਕ ਹੈ ਇਸ ਸੁਪਰ ਕੰਪਿਊਟਰ ਬਾਰੇ ਥੋੜੀ ਇਨਫੋਰਮੇਸ਼ਨ ਸੀ ਜਿਹੜੀ ਤੁਹਾਨੂੰ ਕਰੰਟ ਐਂਗਲ ਤੋਂ ਪਤਾ ਹੋਣੀ ਚਾਹੀਦੀ ਹੈ ਕਿ 2022 ਦੇ ਵਿੱਚ ਸੁਪਰ ਕੰਪਿਊਟਰ ਦੇ ਵਿੱਚ ਕੀ ਡਿਵੈਲਪਮੈਂਟਸ ਹੋਈਆਂ ਨੇ ਜਾਂ ਕੀ ਹੈ ਇਹ ਤੋਂ ਇਲਾਵਾ ਕੁਝ ਪ੍ਰਤਿਊਸ਼ ਕੰਪਿਊਟਰ ਤੁਹਾਨੂੰ ਪੁੱਛ ਸਕਦੇ ਨੇ ਇਹ ਵੀ ਸੁਪਰ ਕੰਪਿਊਟਰ ਹੈ ਇਹ ਜਿਹੜਾ ਸਾਡਾ ਆ ਇੰਸਟੀਚਿਊਟ ਹੈ ਇੰਡੀਅਨ ਇੰਸਟੀਚਿਊਟ ਆਫ ਟ੍ਰੋਪੀਕਲ IITM ਬੋਲਦੇ ਆ ਇਹਨੂੰ ਪੂਨੇ ਵਾਲਾ ਇਹ ਬ੍ਰੌਡਕਾਸਟਿੰਗ ਦਿੰਦਾ ਹੈ ਬੇਸਿਕਲੀ ਆ ਦੋਨੇ ਇੰਸਟੀਚਿਊਟਾਂ ਦਾ ਕੰਮ ਕੀ ਹੈ ਕਿ ਮੌਸਮ ਨੂੰ ਲੈ ਕੇ ਜਾਣਕਾਰੀ ਦੇਣੀ ਉੱਥੇ ਵੀ ਇੱਕ ਸੁਪਰ ਕੰਪਿਊਟਰ ਪ੍ਰਤਿਊਸ਼ ਲਾਇਆ ਹੋਇਆ ਤੇ ਜਿਹੜਾ ਆ ਨੈਸ਼ਨਲ ਸੈਂਟਰ ਫॉर ਮੀਡੀਅਮ ਰੇਂਜ ਇਹ ਨੋਇਡਾ ਦੇ ਵਿੱਚ ਸਥਿਤ ਹੈ ਵੈਦਰ ਫੋਰਕਾਸਟਿੰਗ ਵਾਲਾ ਇੱਥੇ ਮੇਹਰ ਆ ਦੋ ਬਹੁਤ ਇੰਪੋਰਟੈਂਟ ਨੇ ਇਹ ਪੁਰਾਣੇ ਪੇਪਰਾਂ 'ਚ ਪੁੱਛ ਚੁੱਕੇ ਨੇ ਐਵੇਂ ਸਵਾਲ ਪੁੱਛਿਆ ਗਿਆ ਕਿ IIT ਪੂਨੇ ਦੇ ਵਿੱਚ ਕਿਹੜਾ ਸੁਪਰ ਕੰਪਿਊਟਰ ਲੱਗਿਆ ਹੋਇਆ ਤੇ ਜਿਹੜਾ ਨੈਸ਼ਨਲ ਸੈਂਟਰ ਫॉर ਮੀਡੀਅਮ ਰੇਂਜ ਵੈਦਰ ਫੋਰਕਾਸਟਿੰਗ ਇੰਡੀਆ ਇੱਥੇ ਕਿਹੜਾ ਲੱਗਿਆ ਹੋਇਆ ਮੇਹਰ ਤਾਂ ਆ ਤੁਹਾਡੇ ਕੋਲੇ 5-6 ਸਵਾਲ ਕੁੱਲ ਮਿਲਾ ਕੇ ਬਣ ਗਏ ਸੁਪਰ ਕੰਪਿਊਟਰ ਦੇ ਵਿੱਚ ਜਿਹੜੇ ਕਰੰਟ ਐਂਗਲ ਤੋਂ ਬਣਦੇ ਨੇ ਮਤਲਬ ਜੇ ਐਗਜ਼ਾਮੀਨਰ ਦੀ ਨਿਗਾਹ ਇੱਧਰ ਨੂੰ ਜਾਂਦੀ ਹੈ ਕਰੰਟ ਪੜਦਾ ਹੋਇਆ ਤਾਂ ਇਹੋ ਜਿਹਾ ਸਵਾਲ ਤੁਹਾਡੇ ਤੋਂ ਪੁੱਛ ਸਕਦਾ ਤੇ ਤੁਹਾਨੂੰ ਯੂਨੀਕ ਕੱਢ ਸਕਦਾ ਇਹੋ ਜਿਹਾ ਸਵਾਲ ਬਾਕੀਆਂ ਨਾਲੋਂ ਵੱਖਰਾ ਕਿਉਂਕਿ ਬਾਕੀ ਇਸ ਨੂੰ ਕਰੰਟ ਐਂਗਲ ਤੋਂ ਪੜ੍ਹਨ ਦੀ ਨਹੀਂ ਕੋਸ਼ਿਸ਼ ਕਰਦੇ ਸਟੂਡੈਂਟ ਸਿਰਫ ਸਟੈਟਿਕ ਪੋਰਸ਼ਨ ਤੇ ਹੀ ਜ਼ੋਰ ਲਾਉਂਦੇ ਆ ਤਾਂ ਇਹ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਇਹ ਆਪਣਾ ਲੈਕਚਰ ਸੀਗਾ ਰਿਗਾਰਡਿੰਗ ਇੱਥੇ ਆਪਣਾ ਪੂਰਾ ਦਾ ਪੂਰਾ ਚੈਪਟਰ ਕੰਪਲੀਟ ਹੋ ਜਾਂਦਾ ਹਿਸਟਰੀ ਟਾਈਪਸ ਆਫ ਕੰਪਿਊਟਰਸ ਅਗੇਨ ਮੈਂ ਦੱਸੂਗਾ ਕਿ ਇਹ ਮੇਰਾ ਨੰਬਰ ਹੈ 7087405454 ਇਸ ਕੋਰਸ ਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਕੰਪਿਊਟਰ ਦਾ ਕੋਰਸ ਸਪੈਸ਼ਲੀ ਜਿਹੜਾ ਸਾਡੀ ਮਾਸਟਰ ਕਲਾਸਿਸ ਐਪ ਦੇ ਉੱਤੇ ਅਵੇਲੇਬਲ ਹੈ ਤੁਸੀਂ ਇਸ ਨੰਬਰ ਤੇ ਮੈਨੂੰ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਇਹਦੇ ਕੰਟੈਂਟ ਦੀ ਜਾਣਕਾਰੀ ਲੈਣੀ ਹੈ ਕਿ ਇਹਦਾ ਕੰਟੈਂਟ ਕੀ ਰਹੂਗਾ ਕੀ ਕਿਹੜੇ ਚੀਜ਼ਾਂ ਨੂੰ ਕਵਰ ਕਰੂਗਾ ਵੈਸੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ PSSB ਜਾਂ ਸਬ ਇੰਸਪੈਕਟਰ ਜਿੰਨੇ ਵੀ ਹੁਣ ਪੇਪਰ ਅਪਕਮਿੰਗ ਪੇਪਰਸ ਨੇ ਉਹਨਾਂ ਦੇ ਸਾਰੇ ਸਿਲੇਬਸ ਨੂੰ ਧਿਆਨ 'ਚ ਰੱਖ ਕੇ ਇਹ ਕੋਰਸ ਬਣਾਇਆ ਗਿਆ ਹੈ ਚਾਹੇ ਇਹਨੂੰ ਪੇਪਰ ਨੂੰ TCS ਸੈੱਟ ਕਰੇ ਜਾਂ ਕੋਈ ਹੋਰ XYZ ਕੰਪਨੀ ਸੈੱਟ ਕਰੇ ਚਾਹੇ PSSB ਸੈੱਟ ਕਰੇ ਇੱਕ ਫੁੱਲ ਫਲੈਜ ਕੋਰਸ ਹੋਊਗਾ ਹਰ ਚੀਜ਼ ਨੂੰ ਕਵਰ ਕਰਦਾ ਹੋਊਗਾ
ਇਹਦੇ ਵਿੱਚ ਥਿਊਰੀ ਦਾ ਪਾਰਟ ਰਹੂਗਾ ਜਿਹਦੇ ਵਿੱਚ ਡਿਟੇਲਡ ਦੇ ਵਿੱਚ ਇਕੱਲੇ ਚੈਪਟਰ ਨੂੰ ਕਰਾਇਆ ਜਾਊਗਾ। ਦੂਸਰਾ ਹਿੱਸਾ ਇਹਦਾ ਰਹੂਗਾ MCQs ਦਾ, ਜਿਹਦੇ ਵਿੱਚ ਤੁਹਾਨੂੰ ਲਗਭਗ 1000 ਦੇ MCQs ਦੀਆਂ ਵੀਡੀਓਜ਼ ਮਿਲਣਗੀਆਂ ਵੱਖਰੀਆਂ ਸੇਮ ਫਾਰਮੈਟ ਦੇ ਵਿੱਚ। ਤੇ ਇਸ ਕੋਰਸ ਦੀ ਖਾਸੀਅਤ ਇਹੀ ਹੈ ਕਿ ਤੁਹਾਨੂੰ ਲਾਈਵ ਆ ਕੇ ਸਾਹਮਣੇ ਪੂਰਾ ਕੋਰਸ ਤਿਆਰ ਕੀਤਾ ਹੋਇਆ ਹੈ ਤੇ ਐਜ਼ ਵੈਲ ਐਜ਼ ਪੰਜਾਬੀ ਅੰਗਰੇਜ਼ੀ ਦੇ ਵਿੱਚ ਦੋਨਾਂ ਮਾਧਿਅਮਾਂ ਦੇ ਵਿੱਚ ਤੁਹਾਡੇ ਸਾਹਮਣੇ ਪਿੱਛੇ ਸਕਰੀਨ ਚੱਲੂਗੀ, ਤਾਂ ਕਿ ਚਾਹੇ ਕੋਈ ਪੰਜਾਬੀ ਵਾਲਾ ਯੂਜ਼ਰ ਹੈ ਚਾਹੇ ਅੰਗਰੇਜ਼ੀ ਵਾਲਾ ਯੂਜ਼ਰ ਆ, ਦੋਨੋਂ ਹੀ ਇਹਦਾ ਫਾਇਦਾ ਲੈ ਸਕਣ। ਇਹਦੇ ਵਿੱਚ ਇੱਕ ਚੀਜ਼ ਰਹੂਗੀ। ਤੇ ਜਿਹੜੇ ਇਕੱਲੀ ਇਸ ਕੋਰਸ ਨਾਲ ਨਹੀਂ ਵੀ ਜੁੜਨਾ ਚਾਹੁੰਦੇ ਉਹਨਾਂ ਵਾਸਤੇ ਵੀ ਅਸੀਂ ਸਾਡੇ YouTube ਜਿਹੜੇ ਯੂਜ਼ਰ ਨੇ ਜਿਨ੍ਹਾਂ ਨੂੰ ਸਾਡੇ ਤੋਂ ਉਮੀਦ ਰਹਿੰਦੀ ਹੈ ਕਿ ਅਸੀਂ ਉਹਨਾਂ ਲਈ ਵੀ ਕੁਝ ਕਰੀਏ ਤੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਉਹਨਾਂ ਲਈ ਕੁਝ ਕਰ ਪਾਉਂਦੇ ਆ, ਉਹਨਾਂ ਲਈ ਵੀ ਅਸੀਂ ਇੱਕ ਵੱਖਰੀ ਸੀਰੀਜ਼ ਚਲਾਈ ਹੈ ਜਿਹਦੇ ਵਿੱਚ ਅਸੀਂ PSSB ਦੇ 2020 ਤੋਂ ਬਾਅਦ ਵਾਲੇ ਕੁਐਸਚਨ ਪੇਪਰ ਸਾਰੇ ਡਿਸਕਸ ਕਰਾਂਗੇ। ਕੰਪਿਊਟਰ ਵਾਲੇ ਪੋਰਸ਼ਨ ਦੇ ਸਾਰੇ ਸਵਾਲ ਤੁਹਾਡੇ ਨਾਲ ਡਿਸਕਸ ਕੀਤੇ ਜਾਣਗੇ। ਉਹ ਸੀਰੀਜ਼ ਆਲਰੇਡੀ ਮੈਂ ਸ਼ੁਰੂ ਕਰ ਚੁੱਕਿਆ, ਜਿਹਦਾ ਪਹਿਲਾ ਲੈਕਚਰ ਤੁਹਾਡੇ ਕੋਲੇ ਇਲੈਕਸ਼ਨ ਕਨਗੋ ਪੇਪਰ ਦੇ ਸਾਰੇ ਸਵਾਲ ਤੁਹਾਡੇ ਨਾਲ ਡਿਸਕਸ ਕੀਤੇ ਜਾ ਚੁੱਕੇ ਆ। ਐਵੇਂ ਜਿਵੇਂ ਹੀ ਅਸੀਂ ਸਾਰੇ ਇੱਕ ਕਰਕੇ ਪੇਪਰ ਚੱਕਾਂਗੇ ਤੇ ਸੋਲਵ ਕਰਦੇ ਜਾਵਾਂਗੇ। ਤੇ ਜੇ ਤੁਹਾਨੂੰ ਲੈਕਚਰ ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ, ਆਪਣੇ ਫੈਮਿਲੀ ਮੈਂਬਰਸ ਨਾਲ ਕੋਈ ਹੈ ਤਾਂ ਉਹਨਾਂ ਨੂੰ ਵੀ ਜ਼ਰੂਰ ਸ਼ੇਅਰ ਕਰਿਓ। ਅਗਰ ਕੰਟੈਂਟ ਸਾਡਾ ਪਸੰਦ ਆਉਂਦਾ, ਡਿਲੀਵਰੀ ਸਾਡੀ ਪਸੰਦ ਆਉਂਦੀ ਹੈ, ਮੈਂ ਫੇਰ ਹੀ ਕਹੂੰਗਾ ਇਸ ਕੋਰਸ ਨੂੰ ਤੁਸੀਂ ਪਰਚੇਸ ਕਰਿਓ, ਇਸ ਕੋਰਸ ਨੂੰ ਤੁਸੀਂ ਲੈ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਨਹੀਂ, ਮੈਂ ਕਦੇ ਨਹੀਂ ਰეკਮੈਂਡ ਕਰੂੰਗਾ। ਮੇਨ ਚੀਜ਼ ਤਾਂ ਇੱਥੇ ਖੜੀ ਹੁੰਦੀ ਹੈ। ਠੀਕ ਹੈ, ਤੁਸੀਂ ਨੇ ਪੇਸ਼ੈਂਸ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਫॉर ਵਾਚਿੰਗ।